I can believe anything provided it is incredible. To me, doing a press conference, a digital press conference in itself is an incredible idea. I'm doing it for the first time. So therefore, जो भी election commission ने किया, the Congress takes a lot of pride in announcing that we are the first ones to adhere to those norms. Because ਤੁਸੀਂ ਜਿੰਨਾ ਮਰਜ਼ੀ ਕਹੋ ਮਨੁੱਖੀ ਜੀਵਨ ਤੋਂ ਉੱਤੇ ਕਿਸੇ ਚੀਜ਼ ਦਾ ਮੋਲ ਨਹੀਂ ਔਰ ਉਹਦਾ ਤੋਲ ਮੋਲ ਕੋਈ ਕਰ ਵੀ ਨਹੀਂ ਸਕਦਾ. They want to protect lives. It is very, very important that we set examples. A good example is probably the best sermon that you can preach. It is a language that everybody understands. ਮੇਰੇ ਹਿਸਾਬ ਦੇ ਨਾਲ ਅਸੀਂ ਆਪਣੀਆਂ 117 ਵਿਧਾਨ ਸਭਾਵਾਂ ਦੇ ਵਿੱਚ ਮੈਸੇਜ ਭੇਜ ਦਿੱਤਾ. It is loud and clear. And what better day, what an auspicious day, ਜਿਸ ਗੁਰੂ ਸਾਹਿਬ ਨੇ ਸਾਨੂੰ ਏਕਤਾ ਨਾਲ ਬੰਨਿਆ, ਪੰਜਾਬੀਅਤ ਨਾਲ ਬੰਨਿਆ, ਆਪਸੀ ਭਾਈਚਾਰੇ ਨਾਲ ਬੰਨਿਆ, ਖਾਲਸ ਖਾਲਸਾ ਰਚਿਆ. ਉਹ ਜਿਹੇ ਸ਼ੁਭ ਦਿਹਾੜੇ ਦੇ ਉੱਤੇ ਅਸੀਂ ਮਨੁੱਖਤਾ ਦੇ ਕਲਿਆਣ ਦੇ ਲਈ ਇੱਕ ਐਸੀ ਫਿਊਚਰਿਸਟਿਕ ਇਲੈਕਸ਼ਨ ਕੈਂਪੇਨ ਦੇ ਵੱਲ ਵਧ ਰਹੇ ਹਾਂ ਜਿਹੜੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਕੀਤੀ. ਸੋ ਇਟਸ ਸਮਥਿੰਗ ਨਿਊ, ਇਟਸ ਸਮਥਿੰਗ ਨੋਵਲ, but it is the need of the hour. We must accept it. In life, as in chess, it is forethought that wins, and this is the future. When you look at the entire scenario, the Congress party has issued instructions, even from the Central High Command. I received those instructions well in advance. Maybe Election Commission ਦੇ announcement ਤੋਂ ਪਹਿਲਾਂ ਹੀ ਵੈਨੂਗੋਪਾਲ ਸਾਹਿਬ ਦਾ ਸਾਨੂੰ ਇਹ ਨਿਰਦੇਸ਼ ਆ ਗਿਆ ਸੀਗਾ. So as disciplined soldiers, ਇਹ ਤੈਅ ਹੈ ਕਿ digital Punjab will be the critical connect between people and the electoral parties. Therefore, for me, this time, this is going to be a digital portal fought election, because I don't think ਕਿ ਇਸ ਤੋਂ ਜ਼ਿਆਦਾ ਅਸੀਂ ਨਵੀਨੀਕਰਨ ਕਰ ਸਕਦੇ ਹਾਂ. ਤੇ ਮੈਂ ਇਸ ਗੱਲ ਦੇ ਵਿੱਚ I take a lot of pride that we have taken the initiative, we've seized the nettle, and we are the first to start with the दिशा निर्देश and the directions of the election. मैं आमंत्रित करनी हूं ਜਿਹੜੇ ਵੀ ਸਾਡਾ ਪੱਤਰਕਾਰ ਸਾਥੀ ਇਹ ਮੁੱਦੇ ਤੇ ਸੰਬੰਧਿਤ सवाल करना चाहिए तो मेरा निवेदन है अपना हाथ खड़ा कर दे या चैट बॉक्स ਵਿੱਚ ਦੱਸ ਦੇ जो भी सवाल ਤੁਸੀਂ कांग्रेस अध्यक्ष सिद्धू साहब ਨਾਲ करना चाहते हो. किसी का कोई सवाल? या अनिल भारद्वाज जी, अपने आप को अनम्यूट कीजिएगा और सवाल कीजिएगा. सिद्धू साहब सत श्री अकाल जी. सत श्री अकाल भाईजान. ਸਿੱਧੂ ਸਾਹਿਬ, ਅਗਲੀ 14 ਨੂੰ ਵੋਟਾਂ ਪੈਣੀਆਂ, ਅੱਜ 9 ਤਰੀਕ ਹੋ ਗਈ, ਸਮਾਂ ਬਹੁਤ ਘੱਟ ਹੈ. ਕਦੋਂ ਤੱਕ ਕੈਂਡੀਡੇਟ ਆ ਜਿਹੜੇ ਅਨਾਉਂਸ ਹੋ ਜਾਣਗੇ? ਆਮ ਆਦਮੀ ਪਾਰਟੀ ਲਗਭਗ ਕਰ ਚੁੱਕੀ ਹੈ, ਅਕਾਲੀ ਦਲ ਲਗਭਗ ਕਰ ਚੁੱਕਿਆ ਹੈ. ਉਹਨਾਂ ਦੀ ਗਾਹਾਂ ਜਿਹੜੀਆਂ ਹੈ ਤੁਹਾਡੇ ਤੇ ਔਰ ਬੀਜੇਪੀ ਗਠਬੰਧਨ ਤੇ ਟਿੱਕੀਆਂ ਹੋਈਆਂ. ਕਾਂਗਰਸ ਕਦੋਂ ਤੱਕ ਆਪਣੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਕਰ ਦੇਗੀ? ਭਾਜੀ, ਮੈਂ ਤੁਹਾਨੂੰ ਇੱਕੋ ਹੀ ਗੁਜ਼ਾਰਿਸ਼ ਕਰਨੀ ਹੈ ਕਿ ਇਹ ਤੇ ਸਾਡਾ ਪਰਸਨਲ ਮਾਮਲਾ, ਬੜੀ ਛੇਤੀ ਹੋ ਜਾਣਾ ਜੋ ਵੀ ਹੋਣਾ, ਕਿਉਂਕਿ ਦਿਨ ਹੀ ਉਹਨੇ ਰਹਿ ਗਏ ਆ. ਮੇਰੇ ਹਿਸਾਬ ਦੇ ਨਾਲ ਅਸੀਂ ਇਸ ਚੀਜ਼ ਦੇ ਉੱਤੇ ਸਟਿਕ ਕਰੀਏ ਜਿਹੜੀ ਪ੍ਰੈਜ਼ੈਂਟ ਜਿਹਦੇ ਉੱਤੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ, ਨਹੀਂ ਤੇ ਫਿਰ ਮੁੱਦਾ ਕੁਝ ਹੋਰ ਹੀ ਬਣ ਜਾਂਦਾ ਔਰ ਉਹ ਕਿਸੇ ਹੋਰ ਹੀ ਪਾਸੇ ਲੰਘ ਜਾਂਦਾ. ਸੋ ਪਲੀਜ਼ ਬੇਅਰ ਵਿਦ ਮੀ, we are at it. Even today the screening committee meeting is going on. We will take our decisions after careful thought. The Congress always, ਪਿਛਲੀ ਵਾਰ ਵੀ ਕਾਂਗਰਸ ਐਂਡ ਦੇ ਵਿੱਚ ਜਾ ਕੇ ਅਨਾਉਂਸ ਕਰਦੀ ਹੈ ਔਰ ਉਹਦੇ ਕੁਝ ਕਾਰਨ ਨੇ. We don't want to divulge it through the media. But I think we need to focus on the issues today. ਤੇ ਮੈਂ ਅੱਜ ਵੀ ਅਗਰ ਤੁਹਾਡੇ ਸਵਾਲ ਦਾ ਅਸਲੀ ਜਵਾਬ ਦੇਣਾ ਹੋਵੇ ਤੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ 5-7 ਦਿਨਾਂ ਦੇ ਵਿੱਚ ਅਸੀਂ ਇਸ਼ੂਜ਼ ਤੋਂ ਡਾਈਗਰੈਸ ਕਰ ਗਏ. ਤੁਸੀਂ ਧਿਆਨ ਨਾਲ ਨੋਟਿਸ ਕਰੋ ਕਿ ਜਦ ਦੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਆਏ ਆ, ਪੰਜਾਬ ਦੀ ਚਾਹੇ ਅਸੀਂ ਨੌਕਰੀਆਂ ਦੀ ਗੱਲ ਕਰੀਏ, ਚਾਹੇ ਆਦੀ ਕਿਸਾਨੀ ਦੀ ਗੱਲ ਕਰੀਏ, ਚਾਹੇ ਵੱਡੇ ਕਿਸੇ ਵੀ ਮੁੱਦੇ ਦੀ ਗੱਲ ਕਰੀਏ, ਲਾਅ ਐਂਡ ਆਰਡਰ ਦੀ ਗੱਲ ਕਰੀਏ, ਤੱਪੜ ਰੁਲ ਜਾਂਦੇ ਆ. ਸਿਰਫ ਇੱਕੋ ਹੀ ਮੁੱਦਾ ਜਿਹਾ ਰਹਿ ਜਾਂਦਾ ਹੈ ਜਿਹਦਾ ਪੰਜਾਬ ਦੀਆਂ ਜ਼ਿੰਦਗੀਆਂ ਦੇ ਉੱਤੇ ਕੋਈ ਅਸਰ ਨਹੀਂ ਹੈ ਔਰ ਪੰਜਾਬ ਜਿਹਨੂੰ ਮੰਨਦਾ ਹੀ ਹੈ ਨਹੀਂ.
इस करके it is very important for us to pull back people on issues and ਇਹ ਜਿਹੜੀ ਫਿਊਚਰਿਸਟਿਕ ਚੀਜ਼ ਹੈ, ਜਿਹੜਾ ਮੈਂ ਡਿਜੀਟਲ ਪੰਜਾਬ ਦੀ ਗੱਲ ਕਰਦਾ, ਇਹ ਪੰਜਾਬ ਮਾਡਲ ਦਾ ਹਿੱਸਾ ਵੀ ਹੈ। ਇਸ ਕਰਕੇ I believe in it। ਜੇ ਮੈਂ ਅੱਜ ਇਹ ਸੁਪਨੇ 'ਚ ਸੋਚਾਂ ਕਿ ਭਾਈ ਮੈਂ ਕਰਪਸ਼ਨ ਕਿੱਦਾਂ ਦੂਰ ਕਰਾਂਗਾ, ਪੰਜਾਬ 'ਚ ਸਦੀਆਂ ਤੋਂ ਚੱਲੀ ਜਾਂਦੀ ਹੈ, ਤੇ ਇਹਨੂੰ ਕਿੱਦਾਂ ਦੂਰ ਕਰਾਂਗਾ ਮੈਂ ਇਸ ਕਰਪਸ਼ਨ ਨੂੰ, ਤੇ ਲੋਕਾਂ ਦੀ ਸਰਕਾਰ ਨੂੰ ਮੈਂ ਲੋਕਾਂ ਦੇ ਦੁਆਰ ਕਿੱਦਾਂ ਲਿਜਾਵਾਂਗਾ, ਰਾਈਟ। ਇਹ ਔਰ ਇਹ ਸਿਸਟਮ ਦਾ ਜਿਹੜਾ ਆਵਾ ਉਤਿਆ ਹੋਇਆ, ਭਾਵੇਂ ਤਹਿਸੀਲਾਂ ਦੇ ਵਿੱਚ ਜਾਓ ਉੱਥੇ ਕਰਪਸ਼ਨ ਹੈ, ਭਾਵੇਂ ਤੁਸੀਂ ਮਿਊਨਿਸਪੈਲਿਟੀਆਂ ਦੇ ਵਿੱਚ ਜਾਓ ਉੱਥੇ ਕਰਪਸ਼ਨ ਹੈ, ਜਿੱਥੇ ਜਾਓ ਉੱਥੇ ਕਰਪਸ਼ਨ ਹੈ। ਇਸ ਇੰਟਰਫੇਸ ਨੂੰ ਮੈਂ ਕਿੱਦਾਂ ਮੁਕਾ ਸਕਦਾ, ਤੇ ਉਹ ਵੀ ਡਿਜੀਟਲ ਪੰਜਾਬ ਇਜ਼ ਦੀ ਸੋਲੂਸ਼ਨ। ਲੋਕਾਂ ਦੀ ਸਰਕਾਰ, ਉਹਨਾਂ ਦੇ ਦੁਆਰ ਜਦੋਂ ਮੈਂ ਮਿਨਿਸਟਰ ਸੀ ਪਹਿਲੇ 6 ਮਹੀਨਿਆਂ 'ਚ ਸਿਰੇ ਚਾੜਦਾ ਸੀ, ਔਰ ਮਤਲਬ ਆਨਲਾਈਨ ਐਡਵਰਟਾਈਜ਼ਮੈਂਟ ਪਾਲਿਸੀ ਵੀ, ਜਿੱਥੇ 50 ਲੱਖ ਕਮਾਏ ਜਾਂਦੇ ਸੀ ਉੱਥੇ 40 ਕਰੋੜ, ਮਤਲਬ 200 400 ਗੁਣਾ ਫਰਕ ਪੈ ਗਿਆ ਸੀ। Even today, I think there is no way out. We will have to move towards digital Punjab, whether it is a single window system, whether it is entrepreneurship, चाहे किसी ने बर्थ सर्टिफिकेट लेने हैं, चाहे डेथ सर्टिफिकेट लेने हैं, चाहे किसी ने नक्शे बनवाने हैं। भाजी करप्शन कितना दूर करांगा, पंजाब च सदियां तो चली जाती है, ते इनू कितना दूर करांगा मैं इस करप्शन नू, ते लोकां दी सरकार नू मैं लोकां दे द्वार कितना ले जावांगा, राइट। और ये सिस्टम का जिहड़ा आवा उतया होया, भावें तहसीलों के जाओ उत्थे करप्शन है, भावें तुसीं म्यूनसिपैलिटियां दे विच जाओ उत्थे करप्शन है, जिथे जाओ उत्थे करप्शन है। इस इंटरफेस नूं मैं किद्दां मुका सकदा, ते ਉਹ भी डिजिटल पंजाब इज दी सोल्यूशन। लोकां दी सरकार, उन्हां दे द्वार जदों मैं मिनिस्टर सी पहले 6 महीनों सिरे चाड़दा सी, और मतलब ऑनलाइन एडवरटाइजमेंट पॉलिसी भी, जिथे 50 लाख कमाए जाते सी उत्थे 40 करोड़, मतलब 200 400 गुना फर्क पै गया सी। Even today, I think there is no way out. We will have to move towards digital Punjab, whether it is a single window system, whether it is entrepreneurship, चाहे किसी ने बर्थ सर्टिफिकेट लेने हैं, चाहे डेथ सर्टिफिकेट लेने हैं, चाहे किसी ने नक्शे बनवाने हैं। भाजी ये तुसी विदेशों के अगर तुसी देखोगे, और कई राज ने ऐसे, स्पेशली आंध्र प्रदेश और टैक्स हैवी जिहड़े राज हैगे ने, जिहड़े आत्मनिर्भर राज ने, वो मतलब लोकां नूं कोई भी चीज अगर उन्होंने पास करवानी है, इट इज कंसिडर्ड डीम्ड टू बी पास्ड once they put in their request on the computer. So we are headed in that direction. ये साडे उत्ते एक ऐसी आपदा आ पई है कि साडा इलेक्शन भी अज उसे चैनल के थ्रू लड़िया जाना है। Therefore, I think it is very important that we prevent and prepare rather than repent and repair. कई बार बंगाल दे विच मैं देखा किड्डियां रैलियां होईयां, फिर we were repenting and we were repairing rather than preventing and preparing. So I think the Congress party has taken the first initiative of preparing, and with that preparedness we will be preventing. Thank you. मैं आमंत्रित करती हूँ कंचन वासुदेव जी को, और उन्हें अनम्यूट आप अपने आप को करिए। कंचन जी सवाल कीजिए। Sidhu Sahab, how exactly are you going to campaign then? If there are going to be no rallies, no personal touch, no contact programs, then how is the party going to convey a message to people? What is being offered? Kanchan ma'am hopes sees the invisible and conquers the impossible. The direction has come till the 15th of January. So I am the eternal optimist. I will always believe that things will change for the better. But till the 15th of January, the directions are very clear that you will have to campaign digitally and through WhatsApps or whatever it is. I've done almost 40-50 rallies throughout Punjab. The CM would have done similar amount of rallies. We hope that things will change after the 15th of January. There is every possibility, and in case things go worse, which is looking likely, then what cannot be cured has got to be endured. We will have to pass through this litmus test. Life has to be given importance, and जो साडियां सीमावां ने उन्हां दे विच रह के ही सानू पैर पसारने पैणे। थैंक यू। मैं कैलाश नाथ जी को रिक्वेस्ट करूंगी, अपने आप को अनम्यूट करें और सवाल
जी कैलाश नाथ जी। सिद्धू साहब, ये बहुत अच्छी आपने बात कही कि लाइफ हमेशा ऊपर है। ये जो सारे सरकमस्टांसेस हैं, अगर सपोज करिए अगर स्थितियां नहीं सुधरती हैं तो एक पॉलिटिकल पार्टी के रूप में क्या चैलेंजेस आप अपने सामने देख रहे हैं इसको? देखिए, ये पॉलिटिकल पार्टी के लिए सबसे बड़ा चैलेंज है कि आप लोगों का ट्रस्ट जो है, यू नो, it is a situation where you will have to regain that trust. The last 2-3 months that we've changed the chief minister, कैप्टन अमरिंदर सिंह को चेंज करने के बाद वो ट्रस्ट हमने बहुत सारा रिगेन किया है। वी आर कमिंग अप विद अ फ्रेश एजेंडा, और वो 5000 प्रोमिसेस वाला एजेंडा नहीं है। इट इज इंपॉर्टेंट फॉर अस टू ब्रिंग प्रो पीपल पॉलिसीज। पॉलिसी इज द मोस्ट इंपॉर्टेंट थिंग, not shagufas, not jugads, not schemes, but budgetary allocation के साथ research driven policies, and they should not be more than 10, 15, 5, 7 जितने भी points हैं, and उन्हीं के बीच में रह के हम लोगों को वो चीजें एड्रेस करनी चाहिए जो लोगों के असली इश्यूज हैं। और लोगों के असली इश्यूज से बड़ा इश्यू पंजाब का है। पंजाब का सबसे बड़ा इशू ये है कि वो लोगों को टैक्स करके सरकार चल रही है, और जो असली लोगों के हित में रिसोर्सेज यूज होने चाहिए थे वो लोगों की जेब में जा रहे हैं। सो द माफिया इज वर्किंग, एंड द माफियाज मनी हैज नेवर बीन एक्चुअली बॉट आउट ऑफ देयर पॉकेट्स एंड गिवन टू द पीपल ऑफ पंजाब। क्या हो रहा है ये बात आप बड़े ध्यान से समझ लीजिए। देयर इज अ वर्ड कॉल्ड रेचेटिंग। Now, ratcheting is very simple word of autocracy. क्या है ऑटोक्रेसी? क्या है कि जी लोगों की जो ताकतें हैं, आप पंचायतें देख लीजिए, अमेंडमेंट देखिए, लोगों ने जितने भी अधिकार दिए वो चंद लोगों तक सीमित रह के वहीं से ऑपरेशन हो रहा है और वो लोगों तक नहीं पहुंच रहा। अमीर आदमी 225 करोड़ टैक्स दे रहा है, गरीब आज भी 52,000 करोड़ वर्थ ऑफ टैक्सेस वो दे रहा है। So therefore, to decentralize power from a few people and make the people of Punjab shareholders of power is the most important thing which will resonate the spirit of the constitution, which says power of the people must return to the people. तो ये हमारा पंजाब मॉडल कह लो, आप कांग्रेस का पंजाब मॉडल कह लो, मोर देन कांग्रेस इट इज द पीपल्स मॉडल कि हम लोग वो पैसे लोगों तक कैसे पहुंचा सकते हैं, चोरी कैसे रोक सकते हैं, डिजिटल पंजाब कैसे खड़ा कर सकते हैं, सिंगल विंडो कैसे खड़ी कर सकते हैं, विमेन एम्पावरमेंट किस तरीके से एज एन इन्वेस्टमेंट, नॉट एन इलेक्शन स्टंट कि 18 साल की लड़की जो होगी उसके ऊपर हम वोट लेने के लिए उसको 1000 रुपया दे दें, नो, बट एज एन इन्वेस्टमेंट इन द फ्यूचर जनरेशंस। 5 साल की बेटी हो, 8वीं पढ़ी हो, उसको इंसेंटिवाइज करना, मेकिंग देम एन इंटेग्रल पार्ट ऑफ द पंजाब इकोनॉमी। उस पंजाब इकोनॉमी के इंजन का वो हिस्सा हो, चाहे कोई स्पार्क प्लग हो, चाहे कोई दूसरा हिस्सा हो, बट दे शुड मेक दी पंजाबी इंजन ना, मतलब आधी आबादी को वो पूरा हक मिले। और उसमें अगर आप देखें, हमने गृहिणी को भी बहुत बड़ा दर्जा दिया है, जो निष्काम कर्म करती है लेकिन उसके काम की कभी कोई वैल्यू नहीं पड़ती। उसके साथ जो बच्चे पढ़ रहे हैं उसमें भी द गर्ल चाइल्ड हैज ऑलवेज बीन इग्नोर्ड। आई मीन 17 की हुई नहीं, शादी कर दो, उसको दूसरे स्कूल में भेजो। आई थिंक ऑल दैट हैज टू बी पुट टू रेस्ट। द कांग्रेस प्रेसिडेंट टोल्ड अस 50% reservation in the municipal corporations. We've given that already. We need to take it forward. It is the dream of Priyanka Gandhi ji. 40% रिजर्वेशन उन्होंने यूपी में दी है। हम विमेन एम्पावरमेंट के लिए एक बहुत सॉलिड प्लान लेके आए, और उस प्लान को हम थ्रू द माफिया मनी वी विल अकम्प्लिश इट टू द टी। देयर आर अदर इश्यूज, एंटरप्रेन्योरशिप, देयर आर अदर इश्यूज ऑफ गिविंग एंटरप्रेन्योरशिप टू यूथ, द अर्बन एम्प्लॉयमेंट, सबसे बड़ी बात, द अर्बन एम्प्लॉयमेंट गारंटी मिशन, which is a key thing that we are offering, कि हम 5 लाख लोगों को इतनी जॉब्स देंगे
और इनकम जनरेशन में भी अगर हम बात करते हैं कि हम लोग वैट नहीं लगा रहे हैं, हम लोग ठेकेदारी सिस्टम जो है उसको तूल देते हुए हम लोग 25-30 हजार करोड़ रुपए शराब में से मिस कर रहे हैं। कम से कम नहीं 5-7 हजार करोड़ की तो चोरी है जिसे हम डेलिबरेटली इग्नोर कर जाते हैं, राइट? दैट इज इंडिविजुअल बेनिफिट। केबल में we've never created competition, we've created a monopoly for one single family and that is entwined. Why not create a competition so that the cable 450 से वो 200 का उसका रेट आए, और जो एक एमएसओ ये चलाता है 7-8 एमएसओ हो, ताकि वो केबल सरकार को भी 2 करोड़ टेलीविजन सेट्स को 10 लाख दिखाया जाता है, ताकि वो सरकार को भी पैसे दे, लोगों को भी बेनिफिट हो, लोग 200 सवा 200 में केबल देखें और सरकार को कम से कम नहीं मिनिमम 5,000 करोड़ आए। द सेम गोस फॉर सैंड। नाउ क्योंकि ये इतना स्वार्थी सिस्टम हो चुका है, क्योंकि ये सिस्टम लेजिस्लेचर की गरिमा को इतना छोटा बना चुका है, क्योंकि द पीपल चोज एमएलएज एंड एमपीज, बट इस सिस्टम को अफसरों का गुलाम बना चुका है एक चीफ मिनिस्टर या 2 चीफ मिनिस्टर 25 साल में, क्योंकि ये सिस्टम चंद लोगों तक सीमित रह चुका है। इसलिए मुझे ये लगता है कि वी नीड टू मेक अ चेंज दैट एक्चुअली बेनिफिट्स द पीपल ऑफ पंजाब। आई विल एक्चुअली सिट विद द मैनिफेस्टो कमिटी। देयर इज अलका जी, बाजवा साहब, बाकी सब लोग भी हैं, एंड वेरी सून यू विल नो what the people's Punjab model is, what Congress is thinking about. It is not thinking about 250 promises, fake. It is thinking about 12, 13, 10, 8 things that we will discuss together and bring forth and say, this is how we will accomplish it, and we will do it. It is a very doable thing, but it will change this system, this ratcheting, this power in a few hands, this power which is centralized, autocracy in the garbs of democracy, iron hands in velvet gloves, all this will be changed. This masquerading will be cut off, and we will connect to the people at the lowest level. Today, the first man in the queue, the privileged class, is benefiting. I think this model will take the benefits to the last man in the queue. जब ये पंजाब मॉडल एनविसेज होता है, जब भी जितने लोगों ने इसमें योगदान दिया है वो यही सोचते हैं कि जब कोई भी पॉलिसी बनेगी उसका फायदा कतार में आखिरी आदमी को कैसे इन्फ्लुएंस करे। कैप्टन अमरिंदर सिंह दे पौने 5 साल कपड़े पाणते रहे, रल मिल के खेडण दे उत्ते रहे, ते इन्हां पिछले 2-2.5 महीनों दे विच एक बदलाव दी हवा, winds of change have blown very clearly. Those winds can be seen by everybody. But I think the biggest room in this world is a room for improvement. Now, when we are going to announce a particular thing, it will be policy driven. It cannot just be said for the heck of it. क्योंकि वो देखो, जदों तुसी कोई चीज नू लोकां दे विच ले जाने और कहने आ होएगा और वो नहीं हुंदा, ਉਹਦਾ ਇੱਕ ਇਫੈਕਟ ਆਉਂਦਾ ਹੈ। ਮੇਰੇ ਹਿਸਾਬ ਦੇ ਨਾਲ we will stand on a policy driven, policy ਸਮਝਦੇ ਹੋ ਜੀ, ਨੀਤੀ, ਰਿਸਰਚ ਪਾਲਿਸੀ ਤੇ ਉਹਦੇ ਬਜਟਰੀ ਐਲੋਕੇਸ਼ਨ ਡਰਿਵਨ ਸਿਸਟਮ, ਜਿਹੜਾ ਕਿ ਮਾਫੀਆ ਰਾਜ ਨੂੰ ਖਤਮ ਕਰੂਗਾ। ਦੇਖੋ ਇੱਕ ਚੀਜ਼ ਬੜੀ ਕਲੀਅਰ ਹੈ, ਅਗਰ ਇਹ ਮਾਫੀਆ ਵਾਲਾ ਸਿਸਟਮ ਖੜਾ ਰਿਹਾ, ਅਗਰ ਤੁਸੀਂ ਸੈਂਡ ਮਾਈਨਿੰਗ ਠੇਕੇਦਾਰੀ ਨੂੰ ਦਿੱਤੀ, ਅਗਰ ਤੁਸੀਂ मतलब शराब पौंटी चढ़िया नूं जिद्दां केजरीवाल ने देती, पौंटी चढ़िया नूं ते बाकियां नूं मतलब 2-4 बंदियां नूं दे दित्ती और पंजाब फिर मारता, ते फिर मैं तुहानूं अज एक गल दस दिना, फिर पंजाब खड़ा नहीं हुंदा। सो वी आर वेरी क्लीयर दैट वी विल मेक दिस चेंज, we will bring about this change through policy and it will be in front of you in the next 5-10 days। हुण ते ज्यादा कोई देर रह नहीं गई। बाकी ਇਹ ਪਿਛਲੇ ਕਿੰਨੇ ਦਿਨਾਂ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਇਹਦੇ ਚ ਮਹਾਰਾਜ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ, ਤੁਸੀਂ ਜ਼ਿਆਦਾ ਸਿਆਣੇ ਹੋ, ਜੋ ਕਿ ਤੁਹਾਨੂੰ ਅਫਸਰਾਂ ਨੂੰ ਪਤਾ ਹੈ ਕਿ ਡਾਇਨੋਸਾਰ ਆ ਸਕਦੇ ਨੇ ਪ੍ਰਿਥਵੀ ਦੇ ਉੱਤੇ, ਐਕਸਟਿੰਕਟ ਡਾਇਨੋਸਾਰ ਜਿਉਂਦੇ ਹੋ ਕੇ ਦੁਬਾਰਾ ਪੰਜਾਬ ਦੇ ਵਿੱਚ ਆ ਸਕਦੇ ਆ, ਅਕਾਲੀਆਂ ਹੀ ਸਰਕਾਰ ਨਹੀਂ ਬਣਦੀ, ਸਭ ਨੂੰ ਪਤਾ ਹੈ। ਇਹ ਗਿੱਦੜ ਭੱਗੀਆਂ ਜਿਹੜੀਆਂ ਨੇ, ਜਿਹੜਾ ਗਰਜਦਾ ਹੁੰਦਾ ਉਹ ਵਰਸਦਾ ਨਹੀਂ। ਮੈਨੂੰ ਦੱਸੋ ਇਹ ਗੁੰਡਾ ਬਦਮਾਸ਼ ਹੈ?
ਵੀ ਐ ਕਰ ਦੂੰਗਾ ਉਹ ਕਰ ਦੂੰਗਾ। ਭਾਈ ਤੂੰ ਮਤਲਬ ਇੱਕ ਪ੍ਰਧਾਨ ਹੈ ਪਾਰਟੀ ਦਾ, ਤੂੰ ਅਫਸਰਾਂ ਨੂੰ ਡਰਾਉਂਦਾ ਫਿਰਦਾ, ਫਿਰ ਤੂੰ ਇਹ ਕਹਿੰਦਾ ਫਿਰਦਾ ਅਸੀਂ ਐਂ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ। ਇਹ ਪਹਿਲਾਂ ਚੱਲ ਜਾਂਦਾ ਸੀ, ਲੱਕੜ ਦੀ ਹਾਂਡੀ ਦੁਬਾਰਾ ਨਹੀਂ ਚੜ੍ਹਦੀ। ਮਤਲਬ ਇਹ ਗਿੱਦੜ ਭਪਕੀਆਂ ਨਾਲ ਨਹੀਂ, ਕਿਸੇ ਏਜੰਡੇ ਦੇ ਉੱਤੇ, ਕਿਸੇ ਰੋਡ ਮੈਪ ਦੇ ਉੱਤੇ ਤੈਂ ਪੰਜਾਬ ਦਾ ਬੇੜਾ ਗਰਕ ਕੀਤਾ। ਤੁਹਾਡੇ 10 ਸਾਲਾਂ ਦੇ ਵਿੱਚ 1.5 ਲੱਖ ਕਰੋੜ ਰੁਪਇਆ ਕਰਜ਼ਾ ਚੜਿਆ। ਆਖਰੀ ਦਿਨ ਜਾਂਦੇ ਜਾਂਦੇ ਤੁਸੀਂ 32,000 ਕਰੋੜ ਰੁਪਇਆ ਕਰਜ਼ਾ ਚੜਾ ਕੇ ਗਏ, ਜਿਹਦੇ 272 ਕਰੋੜ ਰੁਪਇਆ ਹਰ ਮਹੀਨੇ ਪੰਜਾਬ ਪੇ ਕਰਦਾ। ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਅੱਜ ਤੁਸੀਂ ਖੜ ਕੇ ਫੇਰ ਇਹੀ ਗੁੰਡਾ ਬਦਮਾਸ਼ੀ ਕਰਦੇ ਹੋ? ਪਹਿਲਾਂ ਤੁਸੀਂ ਇੱਕ ਇੰਸਪੈਕਟਰ ਦੀ, ਜਿਹੜਾ ਆਪਣੀ ਕੁੜੀ ਦੀ ਇੱਜ਼ਤ ਬਚਾਉਣ ਆਇਆ ਸੀਗਾ, ਉਹਦੀ ਲਾਸ਼ ਤੇ ਚੜ੍ਹ ਕੇ ਚੀਕਾਂ ਮਾਰਦੇ ਸੀ। ਫਿਰ ਤੁਸੀਂ ਲਾਅ ਐਂਡ ਆਰਡਰ ਦਾ ਹਾਲ ਦੇਖੋ ਇਹਨਾਂ ਦੇ ਟਾਈਮ ਦੇ ਉੱਤੇ ਕੀ ਸੀ। ਫਿਰ ਤੁਸੀਂ ਹਰ ਚੀਜ਼ 'ਚ ਕੁੱਟਦੇ ਤੇ ਲੁੱਟਦੇ ਸੀ। ਤੁਸੀਂ ਬੱਸਾਂ ਲੋਕਾਂ ਦੀਆਂ ਖੋਹਦੇ ਸੀ, ਕਿਰਪਾਨਾਂ ਰੱਖ ਕੇ ਤੁਸੀਂ ਲੋਕਾਂ ਦੀਆਂ ਬੱਸਾਂ ਖੋਹੀਆਂ। ਤੁਸੀਂ ਗੁਰੂ ਸਾਹਿਬ ਨਹੀਂ ਬਖਸ਼ੇ। ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈਗੀ ਹੈ, ਇਸ ਗੱਲ ਦਾ ਪ੍ਰਮਾਣ ਹੈ ਕਿ ਵੋਟਾਂ ਖਾਤਰ ਤੁਸੀਂ, ਪੋਲਰਾਈਜੇਸ਼ਨ ਦੇ ਖਾਤਰ ਤੁਸੀਂ ਕਿਸ ਤਰ੍ਹਾਂ ਗਿਰ ਗਏ। ਜਿਨ੍ਹਾਂ ਦੀ ਰੋਟੀ ਬੇਟੀ ਦੀ ਸਾਂਝ ਨਹੀਂ ਸੀ, ਉਹਨਾਂ ਨੂੰ ਮਾਫੀਆਂ ਦਵਾਈਆਂ ਤੁਸੀਂ। ਜਿਹੜਾ ਪੰਥ 40 ਸਾਲ ਦੇ ਵਿੱਚ ਜਿਹੜੇ ਪੰਥ ਦੇ ਨਾਂ ਦੇ ਉੱਤੇ ਤੁਸੀਂ ਰਾਜ ਕਰਦੇ ਸੀ, ਉਹ ਪੰਥ ਡਟ ਕੇ ਖੜਾ ਸੀ। ਸੋਚਦੇ ਸੀ ਵੀ ਜੋ 25 ਸਾਲ ਦਾ ਕਬਜ਼ਾ, ਇਹ ਕੀ ਹੈ? ਇਹ 25 ਸਾਲ ਦਾ ਜਿਹੜਾ ਕਬਜ਼ਾ ਕਰ ਲੈ, ਕਬਜ਼ਾ ਤੁਹਾਡੇ ਪਿਓ ਦਾ ਰਾਜ ਸੀ, ਲੇਕਿਨ ਲੋਕਾਂ ਨੇ ਬਦਲਦਾ। ਰਾਜਿਆਂ ਤੋਂ ਰੰਕ ਬਣਾਤੇ ਤੁਸੀਂ, ਕਈ ਤੇ ਭਗੌੜੇ ਹੋਏ ਆ। ਇਹ ਮਤਲਬ ਤੁਸੀਂ ਗੱਲ ਨੂੰ ਸਮਝੋ। ਅਹੰਕਾਰ ਇੰਨਾ ਜ਼ਿਆਦਾ ਧੌਣ 'ਚ ਸਰੀਆ ਫਸਾ ਕੇ ਲੋਕਤੰਤਰ ਨੂੰ ਭੈ ਤੰਤਰ ਬਣਾਉਣਾ, ਡਰ ਤੰਤਰ ਬਣਾਉਣਾ, ਔਰ ਨਿਭ ਕੇ ਪਾਲਿਸੀ ਦੀ ਗੱਲ ਨਾ ਕਰਨੀ। ਇਹਦੇ ਕੋਲ ਕੀ ਪਾਲਿਸੀ ਹੈ? ਇਹਦੇ ਪੱਲੇ ਕੀ ਹੈ? ਨਾ ਇਹ ਸ਼ਰਾਬ ਬਾਰੇ ਬੋਲ ਸਕੇ, ਨਾ ਇਹ ਇਨਕਮ ਬਾਰੇ ਬੋਲ ਸਕੇ, ਨਾ ਇਹ ਕੇਬਲ ਬਾਰੇ ਬੋਲ ਸਕੇ। ਜੁਝਾਰ ਚਲਾਉਂਦਾ ਰਿਹਾ ਕੇਬਲ, ਲੱਖੀ ਚਲਾਉਂਦਾ ਰਿਹਾ ਦੀ ਟਰਾਂਸਪੋਰਟ। 2 ਬੱਸਾਂ ਤੋਂ 6,000 ਬੱਸਾਂ ਕਰ ਲੀਆਂ, ਪੰਜਾਬ ਦੇ ਦੁੱਖ ਤੇ ਸੁੱਖ ਵਿਲਾਸ ਬਣਾ ਲਏ। ਇਹ ਬੋਲੂ ਕੀ? ਇਹਦੇ ਕੋਲ ਮੁੱਦਾ ਕੀ ਹੈ? ਲੋਲਾ ਆਦਮੀ ਬਿਲਕੁਲ, ਜਿਹਨੂੰ ਕਹਿੰਦੇ ਨੇ ਬਸ਼ਰਮ ਹੋਇਆ ਖੜਾ ਹੈ। ਇਹਦੇ ਪੱਲੇ ਕੀ ਹੈ ਮੈਨੂੰ ਦੱਸੋ।